ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੱਕ ਵਾਰੀ ਫੇਰ ਲਾਈਵ ਤੁਹਾਡੇ ਰੂਬਰੂ ਪਾਤਰ ਸਾਹਿਬ ਦੀਆਂ ਇੱਕ ਲਾਈਨਾਂ ਮੈਨੂੰ ਚੇਤੇ ਆ ਰਹੀਆਂ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ। ਮੈਂ ਅਕਸਰ ਇਹ ਗੱਲ ਕਹਿਣਾ ਕਿ ਜਦੋਂ ਕੋਈ ਕਿਸੇ ਕਿਸਮ ਦਾ ਆਪਸੀ ਭਰਾਵਾਂ ਦੇ ਵਿੱਚ ਕੋਈ ਤਕਰਾਰ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਗਿਲਾ ਸ਼ਿਕਵਾ ਹੁੰਦਾ ਹੈ, ਉਹਨੂੰ ਘਰ ਦੇ ਜਿਹੜੇ ਵਡੇਰੇ ਹੁੰਦੇ ਨੇ, ਪੇਰੈਂਟਸ ਹੁੰਦੇ ਨੇ, ਮਾਂ ਬਾਪ ਹੋ ਗਏ, ਦਾਦਾ ਦਾਦੀ ਹੋ ਗਏ, ਉਹ ਘਰੇ ਬੈਠ ਕੇ ਨਜਿੱਠ ਲੈਂਦੇ ਨੇ। ਤੇ ਜੇ ਉਹ ਬੇਵੱਸ ਹੋ ਜਾਣ ਫਿਰ ਜਿਹੜਾ ਹੈ ਮਾਮੇ ਆ ਜਾਂਦੇ ਨੇ। ਜੇ ਮੈਂ ਸਮਝਦਾ ਕਿ ਉਹ ਬੇਵੱਸ ਹੋ ਜਾਣ ਫਿਰ ਨਾਲ ਭੈਣਾਂ ਭਣੋਈਏ, ਤੇ ਜੇ ਉਹ ਬੇਵੱਸ ਹੋ ਜਾਣ ਪਿੰਡ ਦੀ ਪੰਚਾਇਤ ਹੈ, ਜੇ ਉਹ ਬੇਵੱਸ ਹੋ ਜੇ ਫਿਰ ਇਲਾਕੇ ਦੇ ਮੋਤਬਰ। ਫਿਰ ਉਸ ਤੋਂ ਬਾਅਦ ਮੈਂ ਕਹਿਣਾ ਹੁੰਦਾ ਕਿ ਦੋ ਆਪਸ਼ਨਾਂ ਬਚਦੀਆਂ ਨੇ ਕਿ ਇੱਕ ਲੜਾਈ ਤੇ ਇੱਕ ਕਾਨੂੰਨ ਦਾ ਸਹਾਰਾ। ਲੜਨਾ ਮੈਂ ਕਿਸੇ ਤਰ੍ਹਾਂ ਚਾਹੁੰਦਾ ਨਹੀਂ, ਕਿਉਂਕਿ ਕਲਾਕਾਰ ਖੁਸ਼ੀਆਂ ਦੇ ਵੰਜਾਰੇ ਹੁੰਦੇ ਹੈ। ਕਲਾਕਾਰ ਲੋਕਾਂ ਦੀਆਂ ਖੁਸ਼ੀਆਂ ਨੂੰ ਦੂਣਾ ਚੌਣਾ ਕਰਨ ਜਾਂਦੇ ਹੈ। ਬੜੇ ਲੰਬੇ ਅਰਸੇ ਤੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਮੈਂ ਇੱਥੇ ਦੇਸ਼ ਵਿਦੇਸ਼ ਦੇ ਵਿੱਚ ਨਿਭਾਉਂਦਾ ਚਲਿਆ ਆ ਰਿਹਾ। ਇਹ ਦੋਸਤਾਂ ਨੇ ਮੈਨੂੰ ਇਹਦੇ ਬਦਲੇ ਬਹੁਤ ਸਾਰਾ ਪਿਆਰ ਦਿੱਤਾ ਹੈ, ਉਹਨਾਂ ਲਈ ਮੈਂ ਸ਼ੁਕਰਗੁਜ਼ਾਰ ਹਾਂ। ਪਿਛਲੇ ਦਿਨਾਂ ਤੋਂ ਕੁਝ ਮੇਰੇ ਖਿਲਾਫ ਮੇਰੇ ਭਰਾ ਦਲਵਿੰਦਰ ਸਿੰਘ ਨੇ ਜੋ ਵੀ ਇੱਕ ਸੋਸ਼ਲ ਮੀਡੀਆ ਤੇ ਜਾਂ ਕਿਸੇ ਕਿਸਮ ਦਾ ਇਸ ਤਰ੍ਹਾਂ ਦਾ ਪ੍ਰੋਪੋਗੰਡਾ ਮੇਰੇ ਖਿਲਾਫ ਜਿਹੜਾ ਛੇੜਿਆ ਹੈ, ਐਕਚੁਅਲੀ ਬੇਲੋੜਾ ਮੈਂ ਸਮਝਦਾ, ਤੇ ਉਹਦੀ ਜ਼ਰੂਰਤ ਨਹੀਂ ਸੀ। ਇਹ ਪਹਿਲਾਂ ਬਹੁਤ ਸਾਰੀਆਂ ਗੱਲਾਂ ਸਾਡੇ ਆਪਸੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਚਲਦੀਆਂ ਰਹੀਆਂ। ਰਿਸ਼ਤੇਦਾਰਾਂ ਨੇ ਕੋਸ਼ਿਸ਼ ਕੀਤੀ, ਇਲਾਕੇ ਦੇ ਬੰਦਿਆਂ ਨੇ ਕੋਸ਼ਿਸ਼ ਕੀਤੀ, MLA ਸਾਹਿਬ, ਮੰਤਰੀ ਸਾਹਿਬ ਔਰ बहुत ही मोअज़्ज़िज़ मोतबर सज्जणा ने आके गल करने की कोशिश की। मैं ये फरियाद की थी कि मैनू ये जिहड़ा मेरा पैसा है ये दवाया जाए। लंबी चौड़ी गल मैं एक्चुअली करना नहीं चाहता, क्योंकि जे एक ने गलती कर ली तो सियाणे कहते दूसरे नू 100 बार सोचना चाहिए। पर जिवें मैं हुणे जिक्र करके हटिया कि पात्र साहब दी लाइनां जिवें चुप रहा ਤਾਂ ਲੋਕ ਕੀ ਕਹਿਣਗੇ ਨਾ ਚਾਹੁੰਦਿਆਂ ਮੈਨੂੰ ਤੁਹਾਡੇ ਨਾਲ ਜਿਹੜੀਆਂ ਕੁਝ ਗੱਲਾਂ ਕਰਨ ਦਾ ਮੈਂ ਮਨ ਬਣਾਇਆ। ਬਹੁਤ ਵੱਡੇ ਵੱਡੇ ਲੰਬੇ ਮੈਂ ਸਮਝਦਾ ਕਿ ਮਸਲੇ ਨੇ ਜਿਹੜੇ ਟੇਬਲ ਤੇ ਬੈਠ ਕੇ ਨਜਿੱਠੇ ਜਾ ਸਕਦੇ ਨੇ। ਮੇਰੇ ਭਰਾ ਦਲਵਿੰਦਰ ਨੇ, ਜਿਹਨੂੰ ਭੋਲਾ ਕਹਿੰਦੇ ਅਸੀਂ, ਆੜਤ ਦਾ ਕੰਮ ਕੀਤਾ 10 ਸਾਲ ਪਹਿਲਾਂ ਲਾ ਲਓ ਜਾਂ ਕੁਝ ਅਰਸਾ ਥੋੜਾ ਹੋਰ ਲੰਬਾ ਪਹਿਲਾਂ ਲਾ ਲਓ, ਯਾਨੀ ਮੈਂ 20 ਸਾਲ ਪਹਿਲਾਂ ਲਾ ਲਓ। ਹਾਂ, ਮੈਂ ਤਕਰੀਬਨ ਇਹ ਕਹਿ ਸਕਦਾ ਕਿ ਇਹਨੇ ਜਿਹੜਾ ਆੜਤ ਦਾ ਕੰਮ ਸਟਾਰਟ ਕੀਤਾ 2000 ਦੇ ਵਿੱਚ ਸਟਾਰਟ ਕੀਤਾ, ਉਸ ਤੋਂ ਬਾਅਦ 2001 2 3 4 5 ਤੱਕ 6 ਸਾਲ ਇਹ ਘਰ ਦੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਮੈਂ ਕੋਈ ਕਿਸੇ ਕਿਸਮ ਦਾ ਇਹਦੇ ਵਿੱਚੋਂ ਪੈਸਾ ਨਹੀਂ ਲਿਆ, ਜਾਂ ਇਹ ਕਹਿ ਲਈਏ ਕਿ ਇਹਨੇ ਮੈਨੂੰ ਉਹਨਾਂ ਫਸਲਾਂ ਦੇ ਵਿੱਚੋਂ ਕੁਝ ਨਹੀਂ ਦਿੱਤਾ ਹੈ। ਇਹਦੀ ਆੜਤ ਦੇ ਵਿੱਚ ਫਸਲਾਂ ਜਾਂਦੀਆਂ ਰਹੀਆਂ, ਮੈਂ ਕੁਝ ਨਹੀਂ ਲਿਆ, ਤੇ ਜੋ ਵੀ ਕਮਿਸ਼ਨ ਬਣਦਾ ਸੀਗਾ ਬਈ ਉਹ ਵੀ ਮੈਂ ਕੁਝ ਨਹੀਂ ਲਿਆ। ਫਿਰ ਉਸ ਤੋਂ ਬਾਅਦ ਮੈਂ ਗੱਲ ਨੂੰ ਲੰਬੀ ਨਾ ਕਰਾਂ ਤੇ ਇਹਨੇ ਜੋ ਵੀ ਕੀਤਾ ਮੈਂ ਉਹਦੇ ਬਾਰੇ ਨਹੀਂ ਕਹਿਣਾ ਚਾਹੁੰਦਾ। ਕੁਝ ਇਹਦੇ ਪਾਰਟਨਰ ਦੇ ਨਾਲ ਜਿਹੜੇ ਕੁਝ
ਮਿਸਅੰਡਰਸਟੈਂਡਿੰਗ ਕਹਿ ਲਓ ਜਾਂ ਇਹਨਾਂ ਦਾ ਆਪਸੀ ਕੋਈ ਲਾਲਚ ਕਹਿ ਲਓ, ਪਾਰਟਨਰ ਦੇ ਨਾਲ ਇਹਦਾ ਝਗੜਾ ਹੋ ਗਿਆ। ਜੋ ਵੀ ਇਹਨਾਂ ਨੇ ਕਿਸੇ ਤਰੀਕੇ ਨਾਲ ਕੋਈ ਕਾਗਜ਼ੀ ਕਾਰਵਾਈ ਦਾ ਜ਼ਾਬਤਾ ਬਣਾ ਕੇ ਬਣਾਇਆ ਹੋਇਆ ਸੀਗਾ ਤੇ ਉਹਨਾਂ ਦਾ ਆਪਸੀ ਇਹਨਾਂ ਦਾ ਤਕਰਾਰ ਹੋ ਗਿਆ। ਤੇ ਮੈਂ ਵੀ ਗਿਆ ਹੋਇਆ ਸੀਗਾ ਦਿੱਲੀ। ਇਹਦੇ ਪਾਰਟਨਰ ਕਰਮਜੀਤ ਦਾ ਮੈਨੂੰ ਫੋਨ ਆਇਆ, ਬਾਈ ਜੀ ਮੇਰਾ ਫੈਸਲਾ ਕਰਵਾ ਦਿਓ। ਮੈਂ ਕਿਹਾ ਵੀ ਭਰਾ ਵੀ ਮੈਂ ਤਾਂ ਘਰ 'ਚ ਸਭ ਤੋਂ ਛੋਟਾ ਤੇ ਤੂੰ ਆਪਣੇ ਜਿਹੜੀ ਹੈਗੀ ਗੱਲਬਾਤ ਕਰ ਤੇ ਤੂੰ ਘਰ ਜਾ ਕੇ ਸਾਡੇ ਮੇਰੇ ਭਰਾ ਨਾਲ ਗੱਲ ਕਰ ਸਕਦਾ ਤੇ ਵੀ ਇੱਥੇ ਕਿਉਂਕਿ ਘਰ ਦੇ ਵਿੱਚ ਛੋਟਿਆਂ ਦੀ ਕਿਹੜੀ ਚੱਲਦੀ ਹੈ, ਤੁਸੀਂ ਸਾਰੇ ਜਾਣਦੇ ਹੋ। ਕਰਦੇ ਕਰਾਉਂਦੇ ਉਸ ਵੇਲੇ ਵਿਜੀਲੈਂਸ ਦੇ ਪਰਚੇ ਹੋਏ, ਜਿਹਦੇ ਵਿੱਚ ਮੇਰੇ ਮੀਡੀਆ ਵਾਲੇ ਭਰਾਵਾਂ ਨੇ ਮੇਰੀ ਹਰ ਅਖਬਾਰ ਦੇ ਵਿੱਚ ਫਰੰਟ ਤੇ ਫੋਟੋ ਲਾਤੀ। ਨਾ ਚਾਹੁੰਦਿਆਂ 20% ਜੋ ਵੀ ਹਿੱਸੇਦਾਰੀ ਦੇ ਵਿੱਚ ਮੈਂ ਕੁਝ % ਤੇ ਸੀਗਾ, ਲੇਕਿਨ ਸਾਇਲੈਂਟ ਪਾਰਟਨਰ ਸੀ, ਜਿਹਦਾ ਖਮਿਆਜ਼ਾ ਮੈਨੂੰ ਬਹੁਤ ਵੱਡੀ ਸਮਝ ਲਓ ਉਹ ਇੱਕ ਜਿਹੜੀ ਹੈ ਰਕਮ ਦੇ ਕੇ ਮੈਂ ਸਮਝਦਾ ਕਿ ਮੈਨੂੰ ਭੁਗਤਣਾ ਪਿਆ। ਕਦੋਂ ਮੇਰਾ ਗਾਣਾ ਚੱਲਿਆ, ਕਦੋਂ ਮੈਂ ਇਸ ਮਾਰਕੀਟ ਦੇ ਵਿੱਚ ਆਇਆ ਤੇ ਕਦੋਂ 2002 ਜਾਂ 2003 ਦੇ ਵਿੱਚ ਮੇਰੇ ਭਰਾ ਦੀ ਮਿਹਰਬਾਨੀ ਦੇ ਨਾਲ ਮੇਰੀਆਂ ਅਖਬਾਰਾਂ ਦੇ ਵਿੱਚ ਫੋਟੋਆਂ ਲੱਗ ਗਈਆਂ। ਮੈਂ ਕੁਝ ਪੇਪਰ ਤੁਹਾਨੂੰ ਦਿਖਾ ਰਿਹਾ ਹਾਂ ਵੀ ਇਹਨਾਂ ਪੇਪਰਾਂ ਦੇ ਵਿੱਚ ਮੇਰਾ ਫਰੰਟ ਤੇ ਮੇਰੀਆਂ ਫੋਟੋਆਂ ਲਾਤੀਆਂ। ਇਹਦੇ ਵਿੱਚ ਆ ਫਰੰਟ ਤੇ ਮੇਰੀਆਂ ਫੋਟੋਆਂ ਲਾਤੀਆਂ। ਮੀਡੀਆ ਵਾਲੇ ਸੱਜਣ ਨੇ, ਮੈਂ ਸਮਝਦਾ ਕਿ ਜੇ ਉਹ ਕੋਈ ਪੁੱਛਗਿੱਛ ਚੰਗੀ ਤਰ੍ਹਾਂ ਕਰਦੇ ਤਾਂ ਮੇਰਾ ਕੈਰੀਅਰ ਖਤਮ ਨਹੀਂ ਸੀ ਹੋ ਸਕਦਾ। ਤੇ ਇਹ ਜਿਹੜੀਆਂ ਤਸਵੀਰਾਂ ਪੇਪਰਾਂ ਦੇ ਵਿੱਚ ਉਹਨਾਂ ਨੇ ਛਾਪੀਆਂ, ਉਦੋਂ ਵੀ ਮੈਨੂੰ ਬਹੁਤ ਦੇਸ਼ ਵਿਦੇਸ਼ ਤੋਂ ਮੇਰੇ ਦੋਸਤਾਂ ਦੇ, ਮੇਰੇ ਚਾਹੁਣ ਵਾਲਿਆਂ ਦੇ ਫੋਨ ਆਉਂਦੇ ਰਹੇ ਕਿ ਤੂੰ ਸਪਸ਼ਟੀਕਰਨ ਦੇ ਸਕਦਾ ਹੈ। ਮੈਂ ਸੋਚਿਆ ਕਿ ਨਹੀਂ, ਇੱਕ ਪਰਿਵਾਰਿਕ ਮਸਲਾ ਹੈ, ਮੈਂ ਸਪਸ਼ਟੀਕਰਨ ਕੀ ਦੇਣਾ ਹੈ, ਵੀ ਉਹ ਉੱਪਰ ਵਾਲਾ ਮੇਰਾ ਸਪਸ਼ਟੀਕਰਨ ਦੇਗਾ। ਉਹਨੂੰ ਖੁਦ ਪਤਾ ਕਿ ਮੈਂ ਬੇਕਸੂਰ ਹਾਂ। ਕਲਾਕਾਰ ਦਾ ਕੰਮ ਹੁੰਦਾ ਸਿਰਫ ਸਟੇਜ ਤੇ ਜਾ ਕੇ ਲੋਕਾਂ ਨੂੰ ਐਂਟਰਟੇਨ ਕਰਨਾ, ਉਹ ਮੈਂ ਕਰ ਰਿਹਾ। ਤੇ ਇਹ ਪਰਿਵਾਰਿਕ ਇੱਕ ਮਸਲਾ ਸੀਗਾ। ਭਰਾ ਨੇ ਆੜਤ ਦਾ ਕੰਮ ਸਟਾਰਟ ਕੀਤਾ ਸੀ ਤੇ ਉਹਦੇ ਵਿੱਚ ਇਹ ਸਿਲਸਿਲਾ ਆ ਗਿਆ ਤਾਂ ਮੇਰਾ ਕੋਈ ਕਸੂਰ ਨਹੀਂ ਹੈ। ਤੇ ਮੈਂ ਬਹੁਤ ਵੱਡਾ ਸਮਝਦਾ ਕਿ ਇਹਦੇ ਵਿੱਚ ਨੁਕਸਾਨ ਜਿਹੜਾ ਉਠਾਇਆ। ਲੰਬੀ ਨਾ ਗੱਲ ਕਰਾਂ, ਹੁਣ ਪਿਛਲੇ 2-4 ਦਿਨਾਂ ਤੋਂ ਜਿਹੜਾ ਮੇਰੇ ਖਿਲਾਫ ਜੋ ਵੀ ਇੱਕ ਪ੍ਰਚਾਰ ਸੋਸ਼ਲ ਮੀਡੀਆ ਤੇ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਜਿਹੜਾ ਤੁਸੀਂ ਦੇਖਿਆ, ਮੈਂ ਚਾਹੁੰਦਾ ਸੀ ਮੈਂ ਕੁਝ ਬੋਲਿਆ ਨਹੀਂ ਕਿ ਨਹੀਂ, ਉਹ ਮਾਲਕ ਨੂੰ ਪਤਾ ਕਿ ਮੈਂ ਕੀ ਹਾਂ। ਪਰ ਫਿਰ ਮੇਰੇ ਦੋਸਤਾਂ ਦੇ ਫੋਨ ਪੂਰੀ ਦੁਨੀਆ ਦੇ ਵਿੱਚੋਂ ਆਏ ਕਿ ਨਹੀਂ, ਤੈਨੂੰ ਆਪਣਾ ਕੋਈ ਸਪਸ਼ਟੀਕਰਨ ਦੇਣਾ ਚਾਹੀਦਾ। 18 ਨਵੰਬਰ ਨੂੰ ਮੇਰੇ ਭਰਾ ਭੋਲੇ ਨੇ ਫੇਸਬੁੱਕ ਤੇ ਪੋਸਟ ਪਾਈ ਮੇਰੇ ਖਿਲਾਫ 2021 ਦੇ ਵਿੱਚ। ਤੇ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਦੀ ਲੋੜ ਨਹੀਂ। ਜਦੋਂ ਰਿਸ਼ਤੇਦਾਰ ਤੁਹਾਡੇ ਹੈ ਉਹਨਾਂ ਨਾਲ ਗੱਲ ਕਰ ਸਕਦੇ ਹੋ, ਤੁਹਾਨੂੰ ਜੋ ਵੀ ਹੈ। ਫਿਰ ਉਹ ਖਿਲਾਫ ਪਾਈ ਤੇ ਉਸ ਤੋਂ ਬਾਅਦ ਮੈਂ ਚੁੱਪ ਰਿਹਾ। ਫਿਰ ਮੈਂ ਇਸ ਬਹੁਤ ਸਾਰੀਆਂ ਗੱਲਾਂ ਬਾਤਾਂ ਫਿਰ ਹੋਈਆਂ, ਕਿਉਂਕਿ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਮੈਂ ਲੜਨਾ ਨਹੀਂ ਚਾਹੁੰਦਾ ਤੇ ਸਿਰਫ ਕਾਨੂੰਨ ਦਾ ਸਹਾਰਾ ਲੈਣਾ ਚਾਹੁੰਦਾ। ਕਿਉਂਕਿ ਕਾਨੂੰਨ ਦੇ ਸਹਾਰੇ ਦੇ ਵਿੱਚ ਇਹੀ ਹੈ ਕਿ ਤੁਸੀਂ ਕੋਈ ਵੀ ਤੁਹਾਨੂੰ ਜਿਹੜੀ ਪ੍ਰੋਬਲਮ ਹੈ ਉਹ ਤੁਸੀਂ ਸੰਬੰਧਿਤ ਜਿਹੜਾ ਥਾਣਾ ਹੈ ਉਹਦੇ ਨਾਲ ਜਾ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ, ਆਪਣੀ ਐਪਲੀਕੇਸ਼ਨ ਦੇ ਸਕਦੇ ਹੋ, ਆਪਣੀ ਦਰਖਾਸਤ ਦੇ ਸਕਦੇ ਹੋ। ਉਹ ਮੈਂ ਦਿੱਤੀ। ਇਸ ਪਹਿਲੀ ਐਪਲੀਕੇਸ਼ਨ ਨੂੰ ਛੱਡ ਕੇ ਮੈਂ ਗੱਲ ਕਰਾਂ ਕਿ 11 ਅਪ੍ਰੈਲ ਨੂੰ ਮੈਂ ਦਰਖਾਸਤ ਦਿੱਤੀ ਕਿ ਜੋ ਪਿਛਲੇ 2 ਸਾਲ ਪਹਿਲਾਂ ਸਾਡਾ ਇੱਕ ਘਰੇਲੂ ਵੰਡ ਨੂੰ ਲੈ ਕੇ ਐਗਰੀਮੈਂਟ ਬਣਿਆ ਸੀਗਾ, ਇਕਰਾਰਨਾਮਾ ਬਣਿਆ ਸੀ ਕਿ
ਬੁੱਗੇ ਦਾ ਹਿਸਾਬ ਇਸ ਤਰੀਕੇ ਨਾਲ ਹੋਣਾ, ਮੈਂ ਲੰਬੀ ਗੱਲ ਨਾ ਕਰਾਂ। ਤੇ ਉਹਨੂੰ ਲੈ ਕੇ ਮੈਂ ਐਪਲੀਕੇਸ਼ਨ ਦਿੱਤੀ ਕਿ ਵੀ ਇਹ ਜਿਹੜਾ ਸਾਡਾ ਰਾਜ਼ੀਨਾਮਾ ਹੈ ਉਹ ਲਾਗੂ ਕਰਵਾਇਆ ਜਾਵੇ ਕਿਰਪਾ ਕਰਕੇ। ਫਿਰ ਵਿਹੜੇ ਦੇ ਵਿੱਚ ਜਿਹੜਾ ਸਮਾਨ ਨਜਾਇਜ਼ ਤੌਰ ਤੇ 3 ਸਾਲਾਂ ਤੋਂ ਰੱਖਿਆ ਹੋਇਆ ਹੈ ਤੇ ਉਹ ਚੱਕਿਆ ਜਾਵੇ। ਜੇ ਮੈਂ ਰੱਖਿਆ ਹੋਇਆ ਤਾਂ ਮੇਰਾ ਚੁਕਾ ਦਿਓ। ਮੈਂ ਪੁਲਿਸ ਨੂੰ ਬੇਨਤੀ ਕੀਤੀ ਕਿ ਜੇ ਇਹਦਾ ਰੱਖਿਆ ਹੋਇਆ ਤਾਂ ਤੁਸੀਂ ਇਹਦਾ ਚੁਕਾ ਦਿਓ। ਸੋ ਉਹ ਬੜੇ ਲੰਬੇ ਮੰਥਨ ਤੋਂ ਬਾਅਦ ਕਿ ਵਿਹੜੇ ਦੇ ਵਿੱਚ ਸਮਾਨ ਜਿਹੜਾ ਸੀਗਾ ਉਹ ਤੁਸੀਂ ਉਹਦੇ ਬਾਰੇ ਖਬਰ ਸੁਣ ਚੁੱਕੇ ਹੋ। ਤੇ ਜਿਹੜਾ ਘਰੇਲੂ ਵੰਡ ਦਾ ਜਿਹੜਾ ਮਸਲਾ ਹੈ ਉਹਨੂੰ ਲੈ ਕੇ ਮੈਂ ਗੱਲ ਕਰਾਂ, ਸਾਡਾ ਜਿਹੜਾ ਇਕਰਾਰਨਾਮਾ ਹੋਇਆ ਕੁਝ ਅਰਸਾ ਪਹਿਲਾਂ, ਸੋ ਇਹ ਇਕਰਾਰਨਾਮਾ ਤੁਸੀਂ ਦੇਖਿਆ ਹੈ, ਮੇਰੇ ਕੋਲ ਹੈ, ਜਿਹੜਾ ਕਿ 2 ਸਾਲ ਹੋਣ ਵਾਲੇ ਹੈ। ਇਹਦੇ ਵਿੱਚ ਹੁਣ ਤੱਕ ਇਹ ਲਾਗੂ ਨਹੀਂ ਹੋਇਆ। ਰਿਸ਼ਤੇਦਾਰ ਆਏ, ਮਿੱਤਰ ਸੱਜਣ ਆਏ, ਮੇਰੇ ਦੋਸਤ ਆਏ, ਸਾਡੇ ਮਾਮਲੇ ਦੇ ਵਿੱਚ ਕੁਝ ਨਹੀਂ ਬਣਿਆ। ਇੱਕ ਦਿਨ ਮੈਂ ਸਾਡੇ ਦੋਸਤ, ਸਾਂਝੇ ਦੋਸਤ ਕਹਿ ਲਓ, ਮੈਂ ਉਹਨਾਂ ਦਰਸ਼ਨ ਹੈ ਉਹਨਾਂ ਦਾ ਨਾਮ, ਮੈਂ ਉਹਨੂੰ ਕਿਹਾ ਮੈਂ ਦਰਸ਼ਨ, ਕੋਈ ਵੱਡੀ ਗੱਲ ਨਹੀਂ ਹੈ ਵੀ ਜੇ 2 ਬੰਦੇ ਇਕੱਠੇ ਕੀਤੇ ਜਾਣ ਤਾਂ ਮਸਲਾ ਛੇਤੀ ਹੱਲ ਹੋ ਸਕਦਾ ਸੀ, ਕੋਈ ਵੱਡੀ ਗੱਲ ਨਹੀਂ ਹੈ, ਵੱਡੇ ਵੱਡੇ ਮਸਲੇ ਟੇਬਲ ਤੇ ਹੱਲ ਹੋਏ ਨੇ। ਸੋ ਇਹੀ ਹੈ ਵੀ ਜੇ ਮੈਂ ਕੋਈ ਪੈਸਾ ਲੈਣਾ ਹੈ ਮੈਂ ਥੱਲੇ ਆ ਸਕਦਾ, ਹੋਰ ਥੱਲੇ ਆ ਸਕਦਾ, ਹੋਰ ਥੱਲੇ ਆ ਸਕਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਿਲਕੁਲ ਉਸ ਚੀਜ਼ ਨੂੰ ਭੁੱਲ ਜਾ। ਇਹਨੇ 2002-3 ਦੇ ਵਿੱਚ ਜੋ ਵੀ ਇੱਕ ਸਿਲਸਿਲਾ ਬਣਿਆ ਉਹਦੇ ਵਿੱਚ ਮੈਨੂੰ ਡੈਮੇਜ ਹੋਣਾ ਪਿਆ। ਤੇ ਫਿਰ ਕੁਝ ਅਰਸਾ ਪਹਿਲਾਂ, ਮੈਂ ਹੁਣ ਡੇਟਾ ਨਾ ਦੇਵਾਂ, ਇਹਨੇ ਭੋਲੇ ਨੇ ਮੇਰੀ ਜ਼ਮੀਨ ਜਿਹੜੀ ਹੈ ਉਹ 4 ਸਾਲ ਠੇਕੇ ਤੇ ਵਾਹੀ ਹੈ। ਤੇ ਉਹਦਾ ਜੇ ਠੇਕਾ ਦੇਖਿਆ ਜਾਵੇ ਜਿਹੜਾ ਕਿ ਮੇਰਾ ਹੱਕ ਹੈ ਲੈਣ ਦਾ, ਉਹ ਠੇਕਾ ਮੈਂ ਰਿਸ਼ਤੇਦਾਰਾਂ ਨੂੰ ਕਿਹਾ ਕਿ ਮੇਰਾ ਤੁਸੀਂ ਇਹ ਠੇਕਾ ਜਿਹੜਾ ਹੈ ਉਹ ਦਬਾ ਦਿਓ। ਇਹਨੇ ਉਹ ਠੇਕਾ ਦੇਣ ਤੋਂ ਆਨਾਕਾਨੀ ਕਰਦਾ ਰਿਹਾ, ਜਾਂ ਇਹ ਕਹਿ ਲਓ ਵੀ ਟਾਲ ਮਟੋਲ ਕਰਦਾ ਰਿਹਾ। ਹੁਣ ਦਿਨ ਐਗਰੀਮੈਂਟ ਦੇ ਵਿੱਚ ਵੀ ਕਿਹਾ ਵੀ ਮੈਂ ਤਾਂ ਇੰਨੇ ਪੈਸੇ ਪਹਿਲਾਂ ਦਊਂਗਾ, ਫਿਰ ਇੰਨੇ ਦਾ ਚੈੱਕ ਦਊਂਗਾ, ਕੁਝ ਨਹੀਂ ਹੋਇਆ। ਉਲਟਾ ਜੇ ਮੈਂ ਉਹਨਾਂ ਸਾਲਸਾਂ ਨੂੰ ਕਿਹਾ ਕਿ ਮੇਰੇ ਪੈਸੇ ਤੁਸੀਂ ਦਵਾਓ, ਉਹ ਕਹਿੰਦਾ ਵੀ ਮੈਂ ਨਹੀਂ ਦੇਣੇ, ਜੋ ਮਰਜ਼ੀ ਕਰ ਲਵੇ। ਸੋ ਮੈਂ ਤਾਂ ਕੁਝ ਨਹੀਂ ਕਰ ਸਕਦਾ, ਮੈਂ ਇੱਕ ਕਲਾਕਾਰ ਹਾਂ। ਮੈਂ ਜਿਵੇਂ ਅਰਜ਼ ਕੀਤੀ ਹੈ ਕਿ ਮੈਂ ਕਾਨੂੰਨਨ ਪ੍ਰਕਿਰਿਆ ਦੇ ਹਿਸਾਬ ਨਾਲ ਐਪਲੀਕੇਸ਼ਨ ਦੇ ਸਕਦਾ ਸੰਬੰਧਿਤ ਥਾਣੇ ਦੇ ਵਿੱਚ, ਜਾਂ SSP ਸਾਹਿਬ ਨੂੰ ਐਪਲੀਕੇਸ਼ਨ ਦੇ ਸਕਦਾ, DGP ਸਾਹਿਬ ਨੂੰ ਐਪਲੀਕੇਸ਼ਨ ਦੇ ਸਕਦਾ, CM ਸਾਹਿਬ ਨੂੰ ਐਪਲੀਕੇਸ਼ਨ ਦੇ ਸਕਦਾ, ਮਨੁੱਖੀ ਅਧਿਕਾਰ ਕਮਿਸ਼ਨ ਨੂੰ ਐਪਲੀਕੇਸ਼ਨ ਦੇ ਸਕਦਾ, ਜਾਂ ਹੋਰ ਜਿੱਥੇ ਵੀ ਕਿਤੇ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ, ਮਤਲਬ ਆਪਣਾ ਇਨਸਾਫ ਲੈਣ ਲਈ। ਜਿਹੜਾ ਕਿ ਮੈਨੂੰ ਮੇਰਾ ਪੈਸਾ ਨਹੀਂ ਮਿਲਿਆ, ਮੈਂ ਚੁੱਪ ਰਿਹਾ, ਫਿਰ ਚੁੱਪ ਰਿਹਾ। ਇਹਨੇ ਇੱਕ ਤਾਂ ਇਹ ਕਿ ਸਾਡੇ ਤਾਇਆ ਜੀ ਜਿਨ੍ਹਾਂ ਕੋਲ 9 ਕਿੱਲੇ ਆ, ਉਹਨਾਂ ਦੇ 2 ਕਿੱਲੇ ਇਹਨੇ ਨਾ ਲਵਾ ਲਏ। ਅਸੀਂ ਕੁਝ ਨਹੀਂ ਬੋਲੇ, ਸਮਾਨ ਵਿਹੜੇ ਦੇ ਵਿੱਚ ਪਿਆ ਏ, ਅਸੀਂ ਬਰਦਾਸ਼ਤ ਕਰ ਲਿਆ। ਇੱਕ ਜਨਰੇਟਰ ਬਾਪੂ ਜੀ ਇਸ ਵੇਲੇ 82 ਨੇ, ਉਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ ਤੇ ਡਾਕਟਰ ਫਿਰ ਸਕਿਨ ਦੀ ਵੀ ਪ੍ਰੋਬਲਮ ਹੈ। ਡਾਕਟਰ ਨੇ ਕਿਹਾ ਕਿ ਇਹਨਾਂ ਨੂੰ ਤੁਸੀਂ ਉਹਦੇ ਵਿੱਚ ਰੱਖਣਾ ਹੈ, ਮੈਂ AC ਦੇ ਵਿੱਚ ਰੱਖਣਾ, ਤਾਂ ਮੈਂ ਉਹਨਾਂ ਦਿਨਾਂ 'ਚ ਖਰਾਬ ਹੋ ਗਿਆ ਸਾਡਾ ਜਨਰੇਟਰ, ਤੇ ਮੈਂ ਜਨਰੇਟਰ ਲੈ ਆਇਆ। ਜਨਰੇਟਰ ਦੇ ਆਲੇ ਦੁਆਲੇ ਇਹਨੇ ਇਹ ਲੱਕੜਾਂ ਰੱਖਦੀਆਂ ਤੇ ਮੇਰੇ ਦਰਾਂ ਦੇ ਮੂਹਰੇ ਆ ਟਰੈਕਟਰ ਖੜਾ ਕਰਤਾ ਮੈਨੂੰ ਡਿਮੋਰਲਾਈਜ਼ ਕਰਨ ਲਈ। ਤੇ ਇਹ ਟਰੈਕਟਰ ਖੜਾ ਕਰਤਾ, ਮੇਰੇ ਬੂਹੇ ਵੱਲ ਕਰਕੇ 4 AC ਰੱਖ ਲਏ, 3 AC ਲੱਗੇ ਹੋਏ ਨੇ ਔਰ ਇੱਕ AC ਦੀ ਇਹ ਪ੍ਰੋਵੀਜ਼ਨ ਹੈ। ਤੁਸੀਂ ਦੇਖ ਸਕਦੇ ਹੋ, ਜਿਹੜਾ ਕਿ ਮੈਂ ਚਾਹੁੰਦਾ ਨਹੀਂ ਵੀ ਇਹ ਚੀਜ਼ ਸਾਂਝੀ ਕੀਤੀ ਜਾਵੇ, ਪਰ ਫਿਰ ਵੀ ਮੈਂ ਨਾ ਚਾਹੁੰਦਿਆਂ ਇਹ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਔਰ ਆਹ ਬਾਪੂ ਜੀ ਨੂੰ ਪੈਰਾਲਾਈਜ਼ ਦਾ ਅਟੈਕ ਹੋਇਆ, ਡਾਕਟਰ ਨੇ ਸੈਰ ਦੱਸੀ ਹੈ, ਇਹ
ਵਿਹੜੇ ਦੇ ਵਿੱਚ ਇੱਕ ਕਾਰ ਖੜੀ ਕਰਤੀ ਤੇ ਟਰੈਕਟਰ ਖੜਾ ਕਰਤਾ ਕਿ ਸਾਡੀ ਸੈਰ ਜਿਹੜੀ ਹੈ ਬਾਪੂ ਜੀ ਦੀ ਉਹ ਬੰਦ ਕਰਵਾਤੀ ਹੈ। ਅਸੀਂ ਇਹ ਵੀ ਬਰਦਾਸ਼ਤ ਕੀਤਾ। ਆਹ ਰਸਤੇ ਦੇ ਵਿੱਚ ਸਕੂਟਰ ਖੜੇ ਕਰਤੇ, ਇਹ ਵੀ ਬਰਦਾਸ਼ਤ ਕੀਤਾ। ਆਹ ਸਾਡੀ ਸਾਂਝੀ ਟੈਂਕੀ ਹੈ ਜਿਹੜੀ ਨੀਚੇ ਵਾਲੀ 'ਚ, ਇਹ ਸਾਡੀ ਮੇਰੀ ਟੈਂਕੀ ਹੈ। ਇਹਨੇ ਆਪਣੀ ਇਸ ਤੋਂ ਥੱਲੇ ਟੈਂਕੀ ਬਣਾ ਲਈ। ਸਾਂਝੇ ਬੋਰ ਦੇ ਵਿੱਚੋਂ ਜਦੋਂ ਇਹਦੀ ਆਪਣੀ ਟੈਂਕੀ ਭਰ ਜਾਂਦੀ ਸੀ, ਇਹ ਗੇਟ ਵੱਲ ਬੰਦ ਕਰਕੇ ਜਿਹੜਾ ਹੈ ਉਹਨਾਂ ਦਾ ਸਾਡੀ ਟੈਂਕੀ ਖਾਲੀ। ਇਹ ਸਾਡੇ ਤਾਏ ਦੇ ਮੁੰਡਿਆਂ ਦੀ ਟੈਂਕੀ ਹੈ। ਫਿਰ ਇਹ ਮੋਟਰ ਚਲਾ ਕੇ ਅਸੀਂ ਆਪਣੀ ਟੈਂਕੀ ਭਰਦੇ ਰਹੇ। 20-25 ਵਾਰ ਇਹਨੇ ਇਹ ਕੀਤਾ ਔਰ 5-7 ਵਾਰ ਇਹਨੇ ਸਾਡੀ ਟੈਂਕੀ ਖਾਲੀ ਵੀ ਕੀਤੀ ਤੇ ਮੈਨੂੰ ਡਿਮੋਰਲਾਈਜ਼ ਕਰਨ ਲਈ ਇਹ ਆ ਵਿਹੜੇ ਦੇ ਵਿੱਚ ਇਸ ਤਰ੍ਹਾਂ ਸਮਾਨ ਖੜਾ ਕਰ ਦਿੰਦਾ ਰਿਹਾ ਕਿ ਮੈਨੂੰ ਟੌਰਚਰ ਕਰਨ ਲਈ। ਮੈਂ ਫਿਰ ਵੀ ਚੁੱਪ ਰਿਹਾ, ਕੁਝ ਨਹੀਂ ਬੋਲਿਆ। ਇਸ ਤਰ੍ਹਾਂ ਇਹ ਸਮਾਨ ਖੜਾ ਕਰਦਾ ਰਿਹਾ, ਇੱਦਾਂ ਇਹ ਸਮਾਨ ਖੜਾ ਕਰਦਾ ਰਿਹਾ। ਇਹ ਵਿਹੜੇ ਦੇ ਵਿੱਚ ਆ ਦੇਖ ਰਹੇ ਹੋ ਤੁਸੀਂ, ਇਹ ਟੇਬਲ ਰੱਖਿਆ ਹੋਇਆ। ਇਹ ਪਿਛਲੇ 3 ਸਾਲ ਤੋਂ ਪਿਆ ਸੀ, ਜਿਹੜਾ ਕਿ ਹੁਣ ਚੱਕਿਆ ਗਿਆ। ਔਰ ਉਹਦੇ ਪਿਛਲੇ ਪਾਸੇ ਤੁਸੀਂ ਬੂਟੇ ਦੇਖਦੇ ਹੋ ਸਾਂਝੇ ਪਾਰਕ ਦੇ ਵਿੱਚ। ਮੇਰੀ ਸਹਿਮਤੀ ਤੋਂ ਬਿਨਾਂ ਜਿਹੜਾ ਹੈ ਇਹਨੇ ਉਹ ਸਮਾਨ ਰੱਖਿਆ ਹੋਇਆ। ਤੇ ਜੇ ਅਸੀਂ ਰਿਸ਼ਤੇਦਾਰਾਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਘਰ ਜਾਂਦੇ ਹੋ, ਮੇਰੇ ਰਿਸ਼ਤੇਦਾਰ ਆਉਂਦੇ ਨੇ, ਮੇਰੇ ਦੋਸਤ ਆਉਂਦੇ ਨੇ, ਮੈਨੂੰ ਮਿਲਣ ਵਾਲੇ ਸੱਜਣ ਆਉਂਦੇ ਨੇ, ਤੇ ਇਹ ਵਿਹੜੇ 'ਚ ਪਿਆ ਸਮਾਨ ਚੰਗਾ ਨਹੀਂ ਲੱਗਦਾ, ਤੁਸੀਂ ਇਹਨੂੰ ਚੁਕਾ ਦਿਓ। ਇਹਦਾ ਸਿਰਫ ਇੱਕੋ ਹੀ ਮਕਸਦ ਸੀ ਕਿ ਸਤਿੰਦਰ ਬੁੱਗਾ ਨੂੰ ਪ੍ਰਵੋਕ ਕਰਨਾ, ਉਕਸਾ ਕੇ ਜੇ ਇਹ ਮੇਰੇ ਨਾਲ ਲੜਾਈ ਕਰੇਗਾ ਤਾਂ ਇਹਦੇ ਖਿਲਾਫ ਮੈਂ ਕਾਨੂੰਨਨ ਕਾਰਵਾਈ ਕਰਾਂ। ਜਿਹੜਾ ਕਿ ਮੈਂ ਨਹੀਂ ਸੀ ਚਾਹੁੰਦਾ, ਬਰਦਾਸ਼ਤ ਕੀਤਾ। ਬਰਦਾਸ਼ਤ ਕੀਤਾ, ਆਹ ਕਰ ਲਿਆ ਤੇ ਇਹ ਵੀ ਬਰਦਾਸ਼ਤ ਕਰ ਲਿਆ, ਆਹ ਕੰਮ ਕਰ ਲਿਆ, ਇਹ ਵੀ ਬਰਦਾਸ਼ਤ ਕਰ ਲਿਆ। ਤੇ ਇਦਾਂ ਚੱਲਦਾ ਰਿਹਾ। ਮੈਂ ਤੁਹਾਨੂੰ ਥੋੜਾ ਜਿਹਾ ਇੱਕ ਉਹ ਚੀਜ਼, ਜਿੱਥੇ ਤੁਸੀਂ ਹੁਣੇ 2 ਦਿਨ ਪਹਿਲਾਂ ਦੀ ਇੱਕ ਵੀਡੀਓ, ਜਿਹੜੀ ਕਿ 2 ਸਾਲ ਪਹਿਲਾਂ ਦੀ ਵੀਡੀਓ ਸੀਗੀ, ਉਹ ਤੁਸੀਂ ਦੇਖੀ। ਇਹ ਸਾਡਾ ਘਰ ਹੈ ਤੇ ਦੇ ਜੇ ਦੇਖਦੇ ਹੋ ਕੁਝ ਕਿਤੇ ਕੋਈ ਸਮਾਨ ਨਹੀਂ ਪਿਆ, ਪਰ ਇਹ 2 ਸਾਲ ਪਹਿਲਾਂ ਦਾ ਜਿਹੜਾ ਸਮਾਨ ਹੈ, ਇੱਥੋਂ ਟੇਬਲ ਚੱਕਿਆ ਹੈ, ਇਹ ਉਸੇ ਤਰ੍ਹਾਂ ਜਿਹੜਾ ਹੈ ਮਿੱਟੀ ਖਿਲਰੀ ਪਈ ਹੈ, ਗੰਦ ਪਾਇਆ ਹੋਇਆ ਹੈ, ਜਿਹੜਾ ਕਿ ਮੈਂ ਸਮਝਦਾ ਕਿਸੇ ਵੀ ਘਰ ਦੇ ਵਿੱਚ ਨਹੀਂ। ਇੱਥੇ ਟੇਬਲ ਪਿਆ ਸੀ, ਇੱਥੇ ਇਹ ਹੁਣ ਦੇਖ ਸਕਦੇ ਹੋ ਤੁਸੀਂ ਕੀ ਹੈ, ਕਿਵੇਂ ਹੈ। ਤੇ ਇਹ ਸਾਡਾ ਇੱਕ ਸਾਂਝਾ ਚੁੱਲ੍ਹਾ ਸੀ। ਇੱਥੇ